ਜੈ ਹਿੰਦ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ। ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਇੱਕ ਮੇਨਸ ਤੋਂ ਰਿਲੇਟਡ ਕਰੰਟ ਅਫੇਅਰ ਜਿਹੜਾ ਇਕਨੋਮੀ ਸੈਕਸ਼ਨ ਤੋਂ ਬਿਲੋਂਗ ਕਰਦਾ ਹੈ। ਨਿਊਜ਼ ਕੀ ਸੀ ਕਿ ਸੀਰੀਅਸ ਫਰਾਡਸ ਇਨਵੈਸਟੀਗੇਸ਼ਨ ਆਫਿਸ SFIO has made certain arrests in relation to certain shell companies being set up with the links to China and they were used for certain financial crimes in India। ਸਾਡੇ ਲਈ ਕੀ ਇੰਪੋਰਟੈਂਟ ਡਿਸਕਸ ਕਰਨਾ ਕਿ what do we mean by a shell company, what is SFIO serious frauds investigation office, that is what is of our area of interest ਕਿ ਵੀ ਐਗਜ਼ਾਮ ਤੋਂ ਜਾਂ ਐਗਜ਼ਾਮ ਦੇ ਪਰਸਪੈਕਟਿਵ ਤੋਂ ਇਹ ਚੀਜ਼ਾਂ ਨੇ which you must know as an aspirant। ਠੀਕ ਹੈ ਜੀ, ਤਾਂ ਸ਼ੁਰੂ ਕਰਤੇ हैं। ਬਟ ਬਿਫੋਰ दैट ਇੱਕ ਵਾਰੀ ਵੀਕਲੀ ਸ਼ਡਿਊਲ ਦੇਖ ਲਓ ਕਿ ਜਿਹੜਾ ਤੁਹਾਡਾ ਵੀਕਲੀ ਸ਼ਡਿਊਲ ਰਹਿੰਦਾ ਹੈ, ਜੋ ਵੀ ਇਨੀਸ਼ੀਏਟਿਵਸ YouTube ਤੇ ਚੱਲ ਰਹੇ ਨੇ ਉਹ ਮੇਰੇ ਪਿੱਛੇ ਸਕਰੀਨ ਤੇ ਤੁਹਾਨੂੰ ਦਿਸ ਰਹੇ ਹੋਣਗੇ। ਚਲੋ ਠੀਕ ਹੈ, ਹੁਣ ਸਟਾਰਟ ਕਰਦੇ ਹਾਂ ਅੱਜ ਦਾ ਡਿਸਕਸ਼ਨ। ਤੇ ਇਸ਼ੂ ਕੀ ਸੀ ਨਿਊਜ਼ ਵਿੱਚ that the serious fraud investigation office SFIO, ਇਹਦੇ ਬਾਰੇ ਡਿਸਕਸ ਕਰਾਂਗੇ। ਜੁੜੇ ਰਹੋ ਵੀਡੀਓ ਦੇ ਐਂਡ ਤੱਕ ਕਿ ਕੀ ਹੈ SFIO। ਇਹਨੇ ਅਰੈਸਟ ਕੀਤਾ ਇੱਕ ਬੰਦੇ ਨੂੰ ਜਿਹਦਾ ਨਾਮ ਹੈ ਡੌਟਸੇ, who is being alleged to be the mastermind। ਕਿ ਬੰਦਾ ਇਹ ਜਿਹੜਾ ਬੰਦਾ ਸੀ ਇਹ ਮਾਸਟਰਮਾਈਂਡ ਸੀਗਾ ਕਿਸ ਦੇ ਪਿੱਛੇ, ਸ਼ੈਲ ਕੰਪਨੀਆਂ ਨੂੰ ਕ੍ਰੀਏਟ ਕਰਨ ਦੇ ਪਿੱਛੇ। ਠੀਕ ਹੈ, ਮੈਂ 2 ਮਿੰਟ ਆ ਰਿਹਾ ਕਿ what do we mean by shell companies। ਬਟ ਇਹਦੇ ਤੇ ਐਲੀਗੇਸ਼ਨ ਇਹ ਹੈ ਕਿ he has incorporated a large number, ਕਾਫੀ ਜ਼ਿਆਦਾ ਸ਼ੈਲ ਕੰਪਨੀਆਂ ਨੇ ਇਨਕੋਰਪੋਰੇਟ ਕੀਤੀਆਂ which are linked to China। ਤੇ ਇਹਨਾਂ ਕੰਪਨੀਆਂ ਨੂੰ ਯੂਜ਼ ਕੀਤਾ ਜਾ ਰਿਹਾ ਸੀ ਸੀਰੀਅਸ ਫਾਈਨੈਂਸ਼ੀਅਲ ਕ੍ਰਾਈਮਸ ਨੂੰ ਕੰਡਕਟ ਕਰਨ ਲਈ ਇੰਡੀਆ ਵਿੱਚ। ਠੀਕ ਹੈ, ਤੇ ਹੁਣ ਸਾਡੇ ਲਈ ਇੰਪੋਰਟੈਂਟ ਇਹ ਦੇਖਣਾ ਹੈ ਕਿ ਬਈ ਇਹ ਸ਼ੈਲ ਕੰਪਨੀਆਂ ਦਾ ਮਤਲਬ ਕੀ ਹੁੰਦਾ ਹੈ। ਠੀਕ ਹੈ, what do we understand by shell companies। ਸੋ ਦੇਖੋ, ਸ਼ੈਲ ਕੰਪਨੀ ਜਿਵੇਂ ਨਾਂ ਵੀ ਕਹਿ ਰਿਹਾ ਹੈ ਨਾ ਕਿ ਕੋਈ ਇਦਾਂ ਦੀ ਕਾਰਪੋਰੇਟ ਐਂਟੀਟੀ ਹੈ ਜਿਹੜੀ ਫਾਰਮਲੀ ਰਜਿਸਟਰਡ ਹੈ ਬਟ ਇਟ ਇਜ਼ ਨਾਟ ਹੈਵਿੰਗ ਐਨੀ ਐਕਟਿਵ ਬਿਜ਼ਨਸ ਆਪਰੇਸ਼ਨਸ, ਜਾਂ ਫਿਰ ਕਹ ਲਓ ਉਹਦੇ ਕੋਈ ਸਿਗਨੀਫੀਕੈਂਟ ਐਸੈਟਸ ਨਹੀਂ ਨੇ, ਜਾਂ ਦੇ ਆਰ ਨਾਟ ਲੀਗਲ। ਤੁਸੀਂ ਕਹਿ ਸਕਦੇ ਹੋ ਮੋਟਾ ਕਹਿਣ ਦਾ ਮਤਲਬ ਇਹ ਹੋਇਆ ਕਿ ਜਿਹੜੀ ਇਹ ਕੰਪਨੀ ਹੈ ਇਟ ਇਜ਼ ਨਾਟ ਡੂਇੰਗ ਐਨੀ ਕਾਈਂਡ ਆਫ ਪ੍ਰੋਡਕਸ਼ਨ, ਜਾਂ ਫਿਰ ਕਹ ਲਓ ਕਿਸੇ ਵੀ ਤਰੀਕੇ ਦੀ ਮੈਨੂਫੈਕਚਰਿੰਗ ਨਹੀਂ ਕਰ ਰਹੀ, ਜਾਂ ਫਿਰ ਕੋਈ ਵੀ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰ ਰਹੀ, ਬਟ ਔਨ ਪੇਪਰ ਜਿਹੜੀ ਇਹ ਕੰਪਨੀ ਹੈ ਔਨ ਪੇਪਰ ਐਗਜ਼ਿਸਟ ਕਰਦੀ ਹੈ। ਠੀਕ ਹੈ, ਹੋ ਸਕਦਾ ਸਰਕਾਰ ਦੀ ਕਿਸੇ ਏਜੰਸੀ ਨਾਲ ਰਜਿਸਟਰਡ ਵੀ ਹੋਵੇ, ਕੰਪਨੀਜ਼ ਐਕਟ ਦੇ ਅੰਡਰ ਰਜਿਸਟਰਡ ਵੀ ਹੋਵੇ, ਬਟ ਇਟ ਇਜ਼ ਨਾਟ ਹੈਵਿੰਗ ਐਨੀ ਐਕਟਿਵ ਬਿਜ਼ਨਸ ਆਪਰੇਸ਼ਨਸ, ਜਾਂ ਫਿਰ ਇਹਨੇ ਕੋਈ ਵੀ ਸਿਗਨੀਫੀਕੈਂਟ ਐਸੈਟਸ ਜਿਵੇਂ ਕਿ ਹੋ ਸਕਦਾ ਕੋਈ ਵੱਡੀ ਬਿਲਡਿੰਗ ਹੋਵੇ ਜਾਂ ਕੋਈ ਫੈਕਟਰੀ ਹੋਵੇ ਜਾਂ ਕੋਈ ਆਫਿਸ ਹੋਵੇ, it is not having any such kind of thing, it is not actively involved in manufacturing or production or providing any kind of services। ਦੂਜਾ ਗੱਲ ਇਹ ਹੈ ਕਿ they are deliberate financial arrangements। deliberate ਦਾ ਮਤਲਬ ਕਿ ਵੀ ਜਾਣ ਕੇ ਲੋਕੀ ਇਦਾਂ ਦੀ ਕੰਪਨੀਆਂ ਨੂੰ ਕ੍ਰੀਏਟ ਕਰਦੇ ਨੇ, ਇਦਾਂ ਦੇ ਫਾਈਨੈਂਸ਼ੀਅਲ ਅਰੇਂਜਮੈਂਟਸ ਨੂੰ ਜਿਹਨੂੰ ਤੁਸੀਂ ਸ਼ੈਲ ਕੰਪਨੀ ਕਹਿ ਰਹੇ ਹੋ ਇੱਥੇ, ਕਿਸ ਕਰਕੇ ਅਵੋਇਡ ਕਰਨ ਲਈ, ਜਾਂ ਤਾਂ ਟੈਕਸਸ ਨੂੰ, ਜਾਂ ਫਿਰ ਕਹਿ ਲਓ ਤੁਸੀਂ ਬਲੈਕ ਮਨੀ ਨੂੰ ਵਾਈਟ ਚ ਕਨਵਰਟ ਕਰਨ ਲਈ। ਦੇਖੋ ਸਿੱਧੀ ਜੀ ਗੱਲ ਹੈ, ਕਿਸ ਮਨੀ ਨੂੰ ਅਸੀਂ ਬਲੈਕ ਮਨੀ ਕਹਿੰਦੇ ਆ। ਇਦਾਂ ਦੀ ਕੋਈ ਵੀ ਮਨੀ wherever you have avoided or where you have not paid the tax to the government, ਠੀਕ ਹੈ, ਉਹ ਕੀ ਹੈ, ਉਹ ਤੁਹਾਡੀ ਬਲੈਕ ਮਨੀ ਜਾਂ ਫਿਰ illegitimately earned ਮਨੀ ਹੈ। ਤੇ ਉਸ ਬਲੈਕ ਮਨੀ ਨੂੰ ਵਾਈਟ ਕਰਨ ਲਈ ਤੁਸੀਂ ਕੀ ਯੂਜ਼ ਕਰਦੇ ਹੋ ਕਿ ਯਾਰ ਕੰਪਨੀ ਤੇ ਖੜੀ ਕਰ ਲਈ, ਬਟ ਉਹ ਕੰਪਨੀ ਨਾ ਤਾਂ ਕੁਝ ਕੰਮ ਕਰ ਰਹੀ ਹੈ, ਨਾ ਹੀ ਕੋਈ ਪ੍ਰੋਡਕਸ਼ਨ ਕਰ ਰਹੀ ਹੈ, ਨਾ ਹੀ ਮੈਨੂਫੈਕਚਰਿੰਗ ਕਰ ਰਹੀ ਹੈ, ਤੇ ਜਿਹੜਾ ਪੈਸਾ ਤੁਸੀਂ ਬਲੈਕ ਮਨੀ ਦਾ ਸੀਗਾ ਉਹ ਕੰਪਨੀ ਚ ਲਿਆਏ, ਤੁਸੀਂ ਉਹ ਐਡ ਕੀਤਾ ਕੰਪਨੀ ਦੇ ਅਕਾਊਂਟਸ ਵਿੱਚ, ਤੇ ਉਹ ਸ਼ੋ ਕਰਤਾ ਕਿ ਹਾਂ ਇਹ ਕੰਪਨੀ ਨੇ ਜਿਹੜੇ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੇ ਸੀ ਉਹਨੂੰ ਵੇਚ ਕੇ ਇਹ ਪੈਸਾ ਤੁਸੀਂ ਅਰਨ ਕੀਤਾ ਹੈ। ਤੇ ਤੁਸੀਂ ਕੀ ਕੀਤਾ, ਯੂ ਹੈਵ ਮੇਡ that or you have converted that black money into white money। ਠੀਕ ਹੈ ਜੀ। ਐਂਡ ਕੰਪਨੀਜ਼ ਐਕਟ ਦੇਖੋ although define ਕਿਤੇ ਵੀ ਕਰਦਾ ਨਹੀਂ ਹੈ ਕਿ what does it mean by the term shell company। ਠੀਕ ਹੈ, ਸੋ ਪਲੀਜ਼ ਬੀ ਵੈਰੀ ਕੇਅਰਫੁਲ। ਕਦੇ ਇਦਾਂ ਵੀ ਹੁੰਦਾ ਹੈ ਕਿ ਕਮਿਸ਼ਨ ਜਿਹੜੇ ਨੇ PPSC ਜਿਹੜਾ ਹੈ ਉਹ ਤੁਹਾਡੇ ਕੋਲੋਂ ਸਵਾਲ ਪੁੱਛ ਰਿਹਾ that the Companies Act of 2013, or you can say the Companies Act as amended in 2013 defines what does it mean by shell company। ਤੇ ਇਹ ਸਟੇਟਮੈਂਟ ਗਲਤ ਹੋਏਗੀ because the Companies Act 2013 ਇਹ 1956 ਦਾ ਇੱਕ ਕਾਨੂੰਨ ਹੈ, 1956 ਦਾ original ਐਕਟ ਸੀਗਾ ਜਿਹਨੂੰ ਅਮੈਂਡ ਕੀਤਾ ਗਿਆ ਸੀ 2013 ਵਿੱਚ। so this act does not define the term shell companies। ਇਹਦੇ ਨਾਲ ਦੇਖੋ ਜਿਹੜਾ ਟਰਮ ਹੈ shell, ਠੀਕ ਹੈ, ਅੰਦਰੋਂ ਕੀ ਹੁੰਦਾ, ਖਾਲੀ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਇਹ this is a shell ਹੈ ਨਾ, ਕਿ ਇਹ ਜਿਹੜਾ ਨਾਂ ਹੈ ਉਹ ਕਿੱਥੋਂ ਜਨਰੇਟ ਹੋਇਆ, ਟਰਮ ਸ਼ੈਲ ਤੋਂ। ਸ਼ੈਲ ਦਾ ਮਤਲਬ ਸ਼ੰਖ, ਅੰਦਰੋਂ ਕੀ ਹੁੰਦਾ, ਖਾਲੀ, ਹੋਲੋ। ਸਿਮਿਲਰਲੀ ਅ ਕੰਪਨੀ ਇਜ਼ ਆਲਸੋ ਅ ਸ਼ੈਲ ਕੰਪਨੀ, ਉਹ ਵੀ ਅੰਦਰੋਂ ਖਾਲੀ ਹੈ, ਉਹ ਅੰਦਰੋਂ ਕੋਈ ਵੀ ਕੰਮ ਨਹੀਂ ਕਰ ਰਹੀ, ਆਪਰੇਸ਼ਨਸ ਕੋਈ ਨਹੀਂ ਕਰ ਰਹੀ। ਠੀਕ ਹੈ, ਸੋ ਜਸਟ ਲਾਈਕ ਐਨ ਐਮਟੀ ਸ਼ੈਲ ਔਰ ਅ ਹੋਲੋ ਸ਼ੈਲ, ਅ ਸ਼ੈਲ ਕੰਪਨੀ ਇਜ਼ ਆਲਸੋ ਹੋਲੋ that only exists on paper। ਠੀਕ ਹੈ ਜੀ, ਆਈ ਹੋਪ ਇੰਨਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਦੇਖੋ OECD ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, OECD ਜਿਹੜਾ ਹੈ ਇਹ ਡਿਫਾਈਨ ਕਰਦਾ ਹੈ, ਇਹ ਕਹਿੰਦਾ ਹੈ ਕਿ ਵੀ ਸ਼ੈਲ ਕੰਪਨੀ ਦਾ ਕੀ ਅਸੀਂ what do we understand by shell company, that it is a formally registered or otherwise legally organized in an economy। ਕਹਿਣ ਦਾ ਮਤਲਬ ਹੈ ਕਿ ਬਈ ਉਹ ਸਰਕਾਰ ਦੇ ਨਾਲ ਰਜਿਸਟ੍ਰੇਸ਼ਨ ਕਰਵਾਏਗੀ ਆਪਣੀ ਜਾ ਕੇ।
ठीक है, बट ਉਹ ਕੀ ਹੈ ਕਿ it will not conduct any operations in that particular economy। that particular economy ਦਾ ਮਤਲਬ ਹੋ ਗਿਆ, ਹੋ ਸਕਦਾ ਜੈਸੇ ਅਸੀਂ ਮੰਨ ਲਓ ਇੰਡੀਆ ਦੀ ਗੱਲ ਕਰੀਏ ਤੇ ਇੰਡੀਅਨ ਇਕਨੋਮੀ ਦੇ ਵਿੱਚ ਕੰਪਨੀਜ਼ ਐਕਟ ਦੇ ਅੰਡਰ ਉਹ ਕੰਪਨੀ ਜਿਹੜੀ ਹੈ it will get itself registered, but it will not conduct any operations in the Indian economy। it is not doing any production। ਉਹ ਕੋਈ ਵੀ ਪ੍ਰੋਡਕਸ਼ਨ ਨਹੀਂ ਕਰ ਰਹੀ ਇੱਥੇ, ਕੋਈ ਵੀ ਮੈਨੂਫੈਕਚਰਿੰਗ ਨਹੀਂ ਕਰ ਰਹੀ ਸਾਡੀ ਦੇਸ਼ ਵਿੱਚ ਜਾਂ ਸਾਡੀ ਇਕਨੋਮੀ ਵਿੱਚ, ਠੀਕ ਹੈ, ਬਟ ਉਹਨੇ ਰਜਿਸਟਰ ਕੀਤਾ ਆਪਣੇ ਆਪ ਨੂੰ ਫਾਰਮਲੀ ਉਸ ਇਕਨੋਮੀ ਵਿੱਚ ਜਾਂ ਫਿਰ ਕਹ ਲਓ ਇੰਡੀਅਨ ਇਕਨੋਮੀ ਵਿੱਚ, ਤੇ ਉਹਨੂੰ OECD ਕੀ ਕਹਿੰਦਾ ਹੈ, that is a shell company। ਇਹਦੇ ਨਾਲ ਦੇਖੋ ਸਰਕਾਰ ਹਮੇਸ਼ਾ ਸਸਪੀਸ਼ੀਅਸ ਕਿਉਂ ਰਹਿੰਦੀ ਹੈ ਜਾਂ ਫਿਰ ਕਹ ਲਓ ਸਰਕਾਰ ਇੱਕ ਸ਼ੱਕ ਦੀ ਨਿਗਾਹ ਨਾਲ ਕਿਉਂ ਦੇਖਦੀ ਹੈ ਸ਼ੈਲ ਕੰਪਨੀ ਨੂੰ, ਕਿਉਂਕਿ ਸ਼ੈਲ ਕੰਪਨੀ ਜਿਹੜੀ ਹੈ ਉਹਨੂੰ ਕ੍ਰੀਏਟ ਕਰਨ ਦਾ ਹੋਰ ਕੋਈ ਮਤਲਬ ਸਮਝ ਨਹੀਂ ਆਉਂਦਾ। ਉਹਦਾ ਇੱਕੋ ਪਰਪਸ ਹੋ ਸਕਦਾ ਹੈ ਕਿ ਤੁਸੀਂ ਇਲੀਗਲ ਜਾਂ ਫਿਰ ਇਲੀਗਲੀ ਅਰਨਡ ਮਨੀ ਨੂੰ ਵਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਫਿਰ ਤੁਸੀਂ ਕੋਈ ਹੋਰ ਇਲੀਗਲ ਐਕਟੀਵਿਟੀਜ਼ ਕਰ ਰਹੇ ਹੋ ਇਨ ਦ ਨੇਮ ਆਫ that particular shell company। ਇਸ ਤੋਂ ਇਲਾਵਾ ਹੋਰ ਕੋਈ, ਕਿਉਂਕਿ ਕੋਈ ਪ੍ਰੋਡਕਸ਼ਨ ਨਹੀਂ ਹੋ ਰਿਹਾ, ਮੈਨੂਫੈਕਚਰਿੰਗ ਨਹੀਂ ਹੋ ਰਹੀ, ਤੇ ਫਿਰ ਉਸ ਕੰਪਨੀ ਨੂੰ ਬਣਾਉਣ ਦਾ ਮਤਲਬ ਹੀ ਨਹੀਂ ਹੈ ਕੋਈ ਹੋਰ। ਗੈਟਿੰਗ ਦ ਪੁਆਇੰਟ। ਆਲਸੋ ਲਾਜ਼ ਕੀ ਨੇ ਕਿ ਜਿਹੜਾ ਇਹ ਮਨੀ ਲਾਂਡਰਿੰਗ ਜਾਂ ਫਿਰ ਟੈਕਸ ਨੂੰ ਅਵੋਇਡ ਕਰਨਾ ਜਾਂ ਇਵੇਡ ਕਰਨਾ, ਇਦਾਂ ਦੇ ਇਲੀਗਲ ਐਕਟੀਵਿਟੀਜ਼ ਨੂੰ ਅਵੋਇਡ ਕਰਨ ਲਈ ਵੀ ਹੈਵ ਸਰਟਨ ਲਾਜ਼। ਫॉर ਐਗਜ਼ਾਮਪਲ ਦ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, ਜਿਹਨੂੰ ਤੁਸੀਂ ਕੀ ਕਹਿੰਦੇ ਹੋ, PMLA, ਜਾਂ ਫਿਰ ਕੰਪਨੀਜ਼ ਐਕਟ 2013। ਇਹ ਕੁਝ ਇਦਾਂ ਦੇ ਲਾਜ਼ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਗਵਰਨਮੈਂਟ ਕੀ ਕਰ ਰਹੀ ਹੈ, ਕਰਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦ ਪ੍ਰੈਜ਼ੈਂਸ ਆਫ ਸ਼ੈਲ ਕੰਪਨੀਜ਼। ਦੈਨ ਇਸ ਤੋਂ ਇਲਾਵਾ ਦੇਖੋ ਕਿ SFIO ਜਿਹੜਾ ਦੂਜੀ ਟਰਮ ਅਸੀਂ ਯੂਜ਼ ਕਰ ਰਹੇ ਸੀ, what is this serious fraud investigation office। so when we talk about the SFIO, ਇਹਨੂੰ ਇਨਕੋਰਪੋਰੇਟ ਕੀਤਾ ਗਿਆ ਸੀ ਜਾਂ ਫਿਰ ਕਹ ਲਓ ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਅੰਡਰ ਕੰਪਨੀਜ਼ ਐਕਟ 2013, ਐਂਡ ਇਟ ਇਜ਼ ਅ ਮਲਟੀਡਿਸਪਲਿਨਰੀ ਆਰਗੇਨਾਈਜੇਸ਼ਨ ਜਿਹੜੀ ਕਿਹੜੀ ਮਿਨਿਸਟਰੀ ਦੇ ਅੰਡਰ ਹੈ, ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ। ਇਹ ਪਲੀਜ਼ ਗੱਲ ਧਿਆਨ ਰੱਖਿਓ, ਕਿਉਂਕਿ ਜਿਹੜਾ ਕਮਿਸ਼ਨ ਹੈ PPSC ਵੀ ਹੋ ਗਿਆ ਜਾਂ ਫਿਰ UPSC ਹੋ ਗਿਆ, they have in the previous years also asked certain questions that a particular organization is working under which ministry, ਕਿ ਕਿਹੜੇ ਮੰਤਰਾਲੇ ਦੇ ਤਹਿਤ ਜਿਹੜਾ ਹੈ ਕੋਈ ਵੀ ਆਰਗੇਨਾਈਜੇਸ਼ਨ ਕੰਮ ਕਰਦਾ ਹੈ, ਤੇ ਇੱਥੇ it is not neither the Ministry of Home Affairs, neither it is the Ministry of Finance, it is the Ministry of Corporate Affairs under which the SFIO is operating। ਫਿਰ ਗੱਲ ਆਉਂਦੀ ਹੈ ਕਿ ਵੀ ਹੈਡ ਕੌਣ ਕਰਦਾ ਹੈ ਇਹਨੂੰ, ਤੇ ਦੇਖੋ ਜੁਆਇੰਟ ਸੈਕਟਰੀ ਲੈਵਲ ਦਾ ਇੱਕ ਅਫਸਰ, ਜਨਰਲੀ ਹੂ ਇਜ਼ ਐਨ IAS ਆਫਿਸਰ ਓਨਲੀ, ਉਹ ਹੈਡ ਕਰਦਾ ਹੈ ਬਾਈ ਅ ਡਾਇਰੈਕਟਰ, ਜਿਹਨੂੰ ਡੈਜ਼ਿਗਨੇਸ਼ਨ ਕੀ ਦਿੰਦੇ ਆ ਅਸੀਂ, ਹੈਡ ਆਫ ਦ ਡਿਪਾਰਟਮੈਂਟ। ਇਹ ਕੀ ਹੁੰਦਾ ਹੈ, ਹੈਡ ਕਰਦਾ ਹੈ SFIO ਨੂੰ। ਇਸ ਤੋਂ ਇਲਾਵਾ देयर आर अ होस्ट ऑफ एक्सपर्ट्स which are there in SFIO। ਸਿੱਧੀ ਜੀ ਗੱਲ ਹੈ, ਦੇਖੋ ਫਾਈਨੈਂਸ਼ੀਅਲ ਕ੍ਰਾਈਮ ਜਾਂ ਫਿਰ ਪੈਸੇ ਦੇ ਮੈਟਰ ਵਿੱਚ, ਮਨੀ ਦੇ ਮੈਟਰ ਵਿੱਚ ਡੀਲ ਕਰ ਰਿਹਾ SFIO, ਕੰਪਨੀਜ਼ ਦੇ ਮੈਟਰ ਵਿੱਚ ਡੀਲ ਕਰ ਰਿਹਾ। so it must have certain kind of experts which can lend their expert advice, which can lend their specialized kind of knowledge in the field of accountancy, forensic auditing, banking, law, information technology, investigation, company law, capital market, taxation। ਇਹ ਸਾਰੇ ਇਦਾਂ ਦੇ ਮੈਟਰਸ ਨੇ ਜਿਹੜੇ SFIO ਨੂੰ ਇਨਵੈਸਟੀਗੇਟ ਕਰਨ ਵਿੱਚ ਹੈਲਪ ਕਰਨਗੇ ਜੇ ਅਸੀਂ ਐਕਸਪਰਟ ਐਡਵਾਈਸ ਇੱਥੇ ਐਕਸਪਰਟ ਸਾਡੇ ਕੋਲ ਹੋਣਗੇ। ਤੇ that is why we have host of experts which assist SFIO in investigation। all right, ਹੁਣ ਦੇਖਦੇ ਹਾਂ ਕਿ ਬਈ SFIO ਇਨਵੈਸਟੀਗੇਟ ਕਦੋਂ ਕਰਦਾ ਕਦੋਂ ਹੈ, when does the SFIO get into an investigation। ਤੇ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਬਣਾਈ ਸੀ ਆਰਗੇਨਾਈਜੇਸ਼ਨ ਹੈ ਨਾ, ਅੰਡਰ ਕੰਪਨੀਜ਼ ਐਕਟ 2013। so it is government of India only, ਜਦੋਂ ਭਾਰਤ ਸਰਕਾਰ ਨੂੰ ਲੱਗਦਾ ਹੈ ਕਿ ਹਾਂ ਇੱਕ ਇੱਥੇ ਵੀ ਨੀਡ ਟੂ ਇਨਵੈਸਟੀਗੇਟ ਦੀ ਅਫੇਅਰਸ ਆਫ ਅ ਕੰਪਨੀ, ਕਿ ਬਈ ਇਹ ਕੰਪਨੀ ਸਾਨੂੰ ਸਸਪੀਸ਼ਨ ਹੈ ਜਾਂ ਸਾਨੂੰ ਸ਼ੱਕ ਹੈ ਕਿ ਇੱਥੇ ਕੰਮ ਕੋਈ ਹੋ ਨਹੀਂ ਰਿਹਾ, ਸਿਰਫ ਇਹ ਸ਼ੈਲ ਕੰਪਨੀ ਦੇ ਤੌਰ ਤੇ ਆਪਰੇਟ ਕਰ ਰਹੀ ਹੈ, ਤੇ ਉੱਥੇ SFIO ਨੂੰ ਕੀ ਕਹਿੰਦੀ ਹੈ ਭਾਰਤ ਸਰਕਾਰ ਜਾਂ ਫਿਰ ਗਵਰਨਮੈਂਟ ਆਫ ਇੰਡੀਆ ਕਿ ਵੀ ਆਰ ਆਫ ਦੀ ਓਪੀਨੀਅਨ ਕਿ ਬਈ ਤੁਸੀਂ ਕੰਡਕਟ ਕਰੋ ਇੱਥੇ ਇਨਕੁਆਇਰੀ। ਤੇ ਕੁਝ ਪੈਰਾਮੀਟਰਸ ਨੇ। ਪਹਿਲੀ ਗੱਲ ਤੇ ਕਿ ਜੇ ਮੰਨ ਲਓ ਰਜਿਸਟਰਾਰ ਜਾਂ ਫਿਰ ਕੋਈ ਇੰਸਪੈਕਟਰ ਰਿਪੋਰਟ ਦਿੰਦਾ ਹੈ ਅੰਡਰ ਕੰਪਨੀਜ਼ ਐਕਟ ਗਵਰਨਮੈਂਟ ਆਫ ਇੰਡੀਆ ਨੂੰ ਕਿ ਬਈ ਇਹ ਕੰਪਨੀ ਜਿਹੜੀ ਹੈ ਇਹਦੀ ਐਕਟੀਵਿਟੀ ਸਸਪੀਸ਼ੀਅਸ ਨੇ ਤੇ ਤੁਸੀਂ ਇੱਥੇ SFIO ਦੀ ਇੱਕ ਇਨਵੈਸਟੀਗੇਸ਼ਨ ਕਰਵਾਓ, ਤੇ ਗਵਰਨਮੈਂਟ ਆਫ ਇੰਡੀਆ ਕੈਨ ਆਰਡਰ ਐਨ ਇਨਕੁਆਇਰੀ। ਦੂਜਾ ਕਿ ਕੋਈ ਸਪੈਸ਼ਲ ਰੈਜ਼ੋਲੂਸ਼ਨ ਪਾਸ ਕੀਤਾ ਜਾਵੇ ਬਾਈ ਅ ਕੰਪਨੀ ਕਿ ਬਈ ਇਹਦੇ ਅਫੇਅਰ ਜਿਹੜੇ ਨੇ ਉਹਨਾਂ ਨੂੰ ਇਨਵੈਸਟੀਗੇਸ਼ਨ ਦੀ ਲੋੜ ਹੈ, ਤੇ ਔਨ ਸੱਚ ਇੰਟੀਮੇਸ਼ਨ ਆਲਸੋ SFIO ਵਿਲ ਇਨਵੈਸਟੀਗੇਟ। ਤੀਜੀ ਚੀਜ਼ ਕਿਹੜੀ ਹੈ ਕਿ ਇਨ ਪਬਲਿਕ ਇੰਟਰਸਟ, ਕਿ ਮੰਨ ਲਓ ਜਨਤਾ ਦਾ ਕੋਈ ਨੁਕਸਾਨ ਹੋ ਰਿਹਾ ਹੈ ਜਾਂ ਫਿਰ ਇਦਾਂ ਦੀ ਕੋਈ ਇਲੀਗਲ ਐਕਟੀਵਿਟੀ ਹੋ ਰਹੀ ਹੈ ਜਾਂ ਫਿਰ ਕੋਈ ਸਰਕਾਰ ਦਾ ਵਿਭਾਗ ਹੈ ਨਾ, ਕੋਈ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਹੈ, ਉਹ ਇਦਾਂ ਦੀ ਕੋਈ ਰਿਕੁਐਸਟ ਕਰੇ, ਜਾਂ ਫਿਰ ਈਵਨ ਇਟ ਕੈਨ ਬੀ ਅ ਰਿਕੁਐਸਟ ਮੇਡ ਬਾਈ ਅ ਸਟੇਟ ਗਵਰਨਮੈਂਟ। ਇੱਥੇ ਵੀ ਧਿਆਨ ਦਿਓ, ਇਟ ਕੈਨ ਬੀ ਅ ਬੇਸਿਸ ਆਫ ਆਬਜੈਕਟਿਵ ਕੁਐਸਚਨ ਆਲਸੋ। ਠੀਕ ਹੈ, ਕਿ ਬਈ ਜੇ ਕੋਈ ਰਾਜ ਸਰਕਾਰ ਜੇ ਕੋਈ
मतलब पंजाब सरकार दरखास्त करे केंद्र सरकार ਨੂੰ कि SFIO ਦੀ ਇਨਵੈਸਟੀਗੇਸ਼ਨ ਕੰਡਕਟ ਕੀਤੀ ਜਾਏ, then also government of India can order an investigation by the Serious Fraud Investigation Office. All right, so it can also be on the request by the state government. ठीक है जी, सो ਮੈਨੂੰ ਉਮੀਦ ਹੈ ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਹੋਵੇਗਾ ਕਿ ਬਈ ਅਸੀਂ ਕੀ ਸਮਝਦੇ ਹਾਂ ਇੱਕ ਸ਼ੈਲ ਕੰਪਨੀ ਤੋਂ, what do we understand by a shell company, what is the Serious Fraud Investigation Office, right? So ਜੇ ਤੁਹਾਨੂੰ ਇਹ ਇਨਫੋਰਮੇਟਿਵ ਲੱਗਿਆ ਵੀਡੀਓ, ਪਲੀਜ਼ ਹਿੱਟ ਦੈਟ ਲਾਈਕ ਬਟਨ, ਸ਼ੇਅਰ ਕਰੋ ਆਪਣੇ ਦੋਸਤਾਂ ਨਾਲ, ਉਹ ਲਾਈਕ ਬਟਨ ਹਿੱਟ ਕਰ ਦੋ ਜਾਂਦੇ ਜਾਂਦੇ, that acts as our motivation. ਠੀਕ ਹੈ ਜੀ, ਸੋ ਮਿਲਦੇ ਹਾਂ ਇੱਕ ਅਗਲੇ ਵੀਡੀਓ ਵਿੱਚ। ਬਸ ਤੋਂ ਪਹਿਲਾਂ ਇੱਕ ਸਾਰੇ ਫ੍ਰੀ ਇਨੀਸ਼ੀਏਟਿਵ ਤੇ ਪੇਡ ਇਨੀਸ਼ੀਏਟਿਵ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਕਰੀਨ ਤੇ ਇਹਨਾਂ ਦਾ ਫਾਇਦਾ ਤੁਸੀਂ ਜ਼ਰੂਰ ਚੱਕੋ। ਜਿਹੜੇ ਵੀ ਐਗਜ਼ਾਮਸ ਨੇ ਪੰਜਾਬ 'ਚ, ਵੀ ਆਰ ਟਰਾਈਂਗ ਟੂ ਕੈਟਰ ਟੂ ਐਵਰੀ ਐਗਜ਼ਾਮ, ਹੈ ਨਾ, ਭਾਵੇਂ ਉਹ PCS ਹੋਵੇ, ਭਾਵੇਂ ਉਹ ਬਾਕੀ ਐਗਜ਼ਾਮਸ ਹੋਣ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਅੰਟਿਲ ਦੈਨ ਸਟੇ ਸੇਫ, ਸਟੱਡੀ ਵੈਲ, ਜੈ ਹਿੰਦ ਐਂਡ ਬਾਏ।